ਅੱਜ ਅਸੀਂ ਪਵਨ ਹਰਚੰਦਪੁਰੀ ਜੀ ਦੀ ਲਿਖੀ ਕਵਿਤਾ ਗੁਰੂ ਉਪਦੇਸ਼ ਪੜ੍ਹਾਂਗੇ। ਸਿੱਖਾਂ ਦੇ 10 ਗੁਰੂ ਹੋਏ ਹਨ, ਜਿਨ੍ਹਾਂ ਦੇ ਸਮਾਜ ਦੇ ਮਾਰਗ ਦਰਸ਼ਨ ਲਈ ਕਈ ਉਪਦੇਸ਼ ਦਿੱਤੇ, ਜੋ ਅੱਜ ਵੀ ਸਹਾਈ ਹਨ। ਅੱਜ ਵੀ ਜਗ੍ਹਾ ਜਗ੍ਹਾ 'ਤੇ ਮਾਨਵਤਾ ਦੀ ਸੇਵਾ ਖਾਤਰ ਲੱਗਦੇ ਲੰਗਰ ਜਾਂ ਹੋਰ ਸਮਾਜ ਭਲਾਈ ਦੇ ਕੀਤੇ ਕਾਰਜ ਇਹਨਾਂ ਉਪਦੇਸ਼ਾਂ ਸਦਕਾ ਹੀ ਹੈ। ਇਹ ਉਪਦੇਸ਼ ਸਾਨੂੰ ਬੁਰਾਈ ਵੱਲੋਂ ਮੁੱਖ ਮੋੜ ਕੇ ਅੱਛਾਈ ਧਾਰਨ ਕਰਨ ਦੀ ਸਿੱਖਿਆ ਦਿੰਦੇ ਹਨ। ਇਹ ਉਪਦੇਸ਼ ਹੀ ਮਨੁੱਖਤਾ ਨੂੰ ਸਿੱਧੇ ਰਾਹ ਪਾਉਣ ਵਿੱਚ ਸਹਾਈ ਹੁੰਦੇ ਹਨ। ਸਿੱਖਾਂ ਦੇ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1499 ਈਸਵੀ ਵਿੱਚ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿੱਚ ਕੇਸਗੜ੍ਹ ਦੇ ਸਥਾਨ 'ਤੇ ਖਾਲਸਾ ਪੰਥ ਦੀ ਸਿਰਜਣਾ ਕੀਤੀ। ਗੁਰੂ ਜੀ ਨੇ ਜੁੜੀ ਸੰਗਤ ਦੇ ਵਿੱਚੋਂ ਹੀ 5 ਪਿਆਰਿਆਂ ਦੀ ਚੋਣ ਕਰਕੇ ਉਹਨਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਅਤੇ ਫਿਰ ਉਹਨਾਂ ਤੋਂ ਆਪ ਇਹ ਅੰਮ੍ਰਿਤ ਛਕਿਆ। ਇਸੇ ਲਈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪੇ ਗੁਰਚੇਲਾ ਕਿਹਾ ਜਾਂਦਾ ਹੈ। ਖਾਲਸੇ ਦੀ ਸਿਰਜਣਾ ਦੇ ਵਿਭਿੰਨ ਕਾਰਨ ਸਨ। ਇਸਦਾ ਸਭ ਤੋਂ ਵੱਡਾ ਕਾਰਨ ਮੁਗਲਾਂ ਦਾ ਅਤਿਆਚਾਰੀ ਸ਼ਾਸਨ ਸੀ। ਜਨਤਾ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾਂਦਾ ਸੀ। ਕਮਜ਼ੋਰ ਜਨਤਾ ਇਹ ਜ਼ੁਲਮ ਸਹਾਰ ਰਹੀ ਸੀ। ਗੁਰੂ ਜੀ ਉਹਨਾਂ ਅੰਦਰ ਹੌਸਲੇ ਦੀ ਭਾਵਨਾ ਪੈਦਾ ਕਰਨਾ ਚਾਹੁੰਦੇ ਸਨ। ਜਾਤ ਪਾਤ ਅਤੇ ਊਚ ਨੀਚ ਦੀ ਭਾਵਨਾ ਨੂੰ ਖਤਮ ਕਰਨ ਲਈ, ਅਨੁਸ਼ਾਸਨ ਦੀ ਭਾਵਨਾ ਪੈਦਾ ਕਰਨ ਲਈ, ਦੋਸ਼ਪੂਰਨ ਮਸੰਦ ਪ੍ਰਥਾ ਨੂੰ ਖਤਮ ਕਰਨ ਲਈ ਇਸ ਨਿਆਰੇ ਖਾਲਸੇ ਦੀ ਸਿਰਜਣਾ ਕੀਤੀ ਗਈ। ਭਗਤੀ ਦੇ ਨਾਲ ਲੋੜ ਅਨੁਸਾਰ ਸ਼ਕਤੀ ਧਾਰਨ ਕਰਵਾਈ ਗਈ, ਤਾਂ ਜੋ ਦੱਬੀ ਕੁਚਲੀ ਜਨਤਾ ਜ਼ੁਲਮ ਦਾ ਮੁਕਾਬਲਾ ਕਰਨ ਦੇ ਸਮਰੱਥ ਹੋ ਸਕੇ। ਪਵਨ ਹਰਚੰਦਪੁਰੀ ਜੀ ਦੀ ਲਿਖੀ ਕਵਿਤਾ ਗੁਰੂ ਉਪਦੇਸ਼ ਉਹਨਾਂ ਦੀ ਮਹਾਂਕਾਵ ਜਨਮੇ ਖਾਲਸਾ ਇਤਿਹਾਸ ਦਾ ਵਿਲੱਖਣ ਦਸਤਾਵੇਜ਼ ਵਿੱਚੋਂ ਹੈ। ਇਹ ਕਵਿਤਾ ਇਸ ਮਹਾਂਕਾਵ ਦਾ 22ਵਾਂ ਸਰਗ ਹੈ। ਇਸ ਕਵਿਤਾ ਵਿੱਚ ਕਵੀ ਵੱਲੋਂ ਖਾਲਸੇ ਦੀ ਸਿਰਜਣਾ ਤੋਂ ਬਾਅਦ ਉਸਨੂੰ ਉਸਦੇ ਫਰਜ਼ਾਂ ਤੋਂ ਸੁਚੇਤ ਕਰਵਾਇਆ ਗਿਆ ਹੈ। ਖਾਲਸੇ ਦੇ ਅਸੂਲਾਂ 'ਤੇ ਪਹਿਰਾ ਦੇਣ ਲਈ ਕਿਹਾ ਗਿਆ ਹੈ। ਚਲੋ ਪੜ੍ਹਦੇ ਹਾਂ ਕਵਿਤਾ। ਦਸੇ ਗੁਰੂਆਂ ਸਿੱਖੀ ਦੀ ਜੋਤ ਬਾਲੀ, ਰੋਸ਼ਨ ਸ਼ਮਾ ਇਹ ਰਹੂਗੀ ਜਗ ਅੰਦਰ। ਕਵੀ ਇਹਨਾਂ ਤੁਕਾਂ ਵਿੱਚ ਆਖਦਾ ਹੈ ਕਿ 10 ਗੁਰੂ ਸਾਹਿਬਾਨਾਂ ਨੇ ਸਿੱਖੀ ਦੀ ਭਾਵ ਸਿੱਖ ਧਰਮ ਦੀ ਜੋਤ ਬਾਲੀ ਹੈ, ਭਾਵ ਜਗਾਈ ਹੈ। ਇਹ ਜੋਤ ਰੂਪੀ ਸ਼ਮਾ ਜਗ ਵਿੱਚ ਕਾਇਮ ਰਹੇਗੀ। ਨੂਰੀ ਬਾਲੂ ਚਿਰਾਗ ਇਹ ਸੋਚ ਅੰਦਰ, ਸੂਰਜ ਵਾਂਗ ਲਿਸ਼ਕਾਏਗੀ ਮਨ ਅੰਦਰ। ਇਹ ਜੋਤ, ਇਹ ਰੋਸ਼ਨੀ ਸਾਡੀ ਸੋਚ ਅੰਦਰ ਨੂਰੀ ਭਾਵ ਪ੍ਰਕਾਸ਼ ਪਾਲੇਗੀ, ਭਾਵ ਸਾਡੀ ਸੋਚ ਅੰਦਰ ਪ੍ਰਕਾਸ਼ ਜਲਾਏਗੀ। ਇਹ ਰੋਸ਼ਨੀ ਸਾਡੇ ਮਨ ਰੂਪੀ ਮੰਦਰ ਨੂੰ ਸੂਰਜ ਵਾਂਗ ਲਿਸ਼ਕਾਏਗੀ, ਭਾਵ ਸਾਡੇ ਅੰਦਰ ਗੁਰੂ ਸਾਹਿਬਾਨ ਦੀ ਸਿੱਖਿਆ ਦਾ ਚਾਨਣ ਪੈਦਾ ਕਰੇਗੀ। ਰਹਿਮ ਕਰਮ ਤੇ ਧਰਮ ਦੀ ਸਾਂਝ ਗੂੜੀ, ਕਦੇ ਤੋੜਨੀ ਨਹੀਂ ਤੁਸੀਂ ਮੂਲ ਸਿੱਖੋ। ਕਵੀ ਇਹਨਾਂ ਤੁਕਾਂ ਵਿੱਚ ਸਮਝਾਉਂਦਾ ਹੈ ਕਿ ਰਹਿਮ ਭਾਵ ਤਰਸ, ਮਿਹਰ, ਕਿਰਪਾ, ਕਰਮ ਭਾਵ ਕੰਮ ਧੰਦਾ, ਧਰਮ ਫਰਜ਼ ਅਤੇ ਧਰਮ ਦੀ ਸਾਂਝ ਗੂੜੀ ਹੈ, ਭਾਵ ਪੱਕੀ ਹੈ। ਕਵੀ ਸਿੰਘਾਂ ਨੂੰ ਸੰਬੋਧਨ ਕਰਦਾ ਹੋਇਆ ਕਹਿੰਦਾ ਹੈ ਕਿ ਹੇ ਸਿੰਘੋ, ਤੁਸੀਂ ਇਸ ਸਾਂਝ ਨੂੰ ਕਦੇ ਵੀ ਬਿਲਕੁਲ ਨਹੀਂ ਤੋੜਨਾ, ਇਸ ਸਾਂਝ ਨੂੰ ਸਦਾ ਬਣਾਈ ਰੱਖਣਾ ਹੈ। ਸਾੜ ਦੇਵੇ ਇਹ ਅੱਗ ਕਰ ਆਪਣੀ ਵੀ, ਦੇਣੀ ਅੱਗ ਨੂੰ ਕਦੇ ਨਾ ਤੂਲ ਸਿੰਘੋ। ਕਵੀ ਕਹਿੰਦਾ ਹੈ ਕਿ ਹਿਊਮੇ ਦੀ ਅੱਗ ਨੂੰ ਕਦੇ ਵੀ ਤੂਲ ਨਹੀਂ ਦੇਣਾ ਹੈ, ਭਾਵ ਸ਼ਹਿ ਨਹੀਂ ਦੇਣੀ ਹੈ, ਹਵਾ ਨਹੀਂ ਦੇਣੀ ਹੈ, ਭੜਕਾਉਣਾ ਨਹੀਂ ਹੈ, ਕਿਉਂਕਿ ਇਹ ਅੱਗ ਆਪਣੇ ਘਰ ਨੂੰ ਵੀ ਸਾੜ ਦਿੰਦੀ ਹੈ। ਇਸ ਲਈ ਇਸ ਹਿਊਮੇ ਦੀ ਅੱਗ ਤੋਂ ਬਚਣਾ ਚਾਹੀਦਾ ਹੈ। ਗਰਮੀ ਸੋਚ 'ਤੇ ਭਾਰੂ ਨਾ ਹੋਣ ਦੇਣੀ, ਤਾਈਓ ਰਹੂਗੀ ਹੋਸ਼ ਵਿੱਚ ਸੋਚ ਸਿੰਘੋ। ਕਵੀ ਸਿੰਘਾਂ ਨੂੰ
ਇਹ ਸਤਰਾਂ ਵਿੱਚ ਸੰਬੋਧਨ ਕਰਦਾ ਕਹਿੰਦਾ ਹੈ ਕਿ ਉਹਨਾਂ ਗਰਮੀ ਨੂੰ ਆਪਣੀ ਸੋਚ 'ਤੇ ਭਾਰੂ ਨਹੀਂ ਹੋਣ ਦੇਣਾ, ਤਾਂ ਹੀ ਹੋਸ਼ ਵਿੱਚ ਸੋਚ ਰਹੇਗੀ। ਗਰਮੀ ਆਵੇ ਜੇ ਸੋਚ ਨੂੰ ਲੂਣ ਵਾਲੀ, ਐਸੀ ਗਰਮੀ ਨੂੰ ਲਿਓ ਫਿਰ ਬੋਝ ਸਿੰਘੋ। ਜੇਕਰ ਸੋਚ ਨੂੰ ਲੂਣ ਵਾਲੀ ਭਾਵ ਸਾੜਨ ਵਾਲੀ, ਜਲਾਉਣ ਵਾਲੀ ਗਰਮੀ ਆਵੇ ਤਾਂ ਅਜਿਹੀ ਗਰਮੀ ਨੂੰ ਬੋਝ ਲੈਣ ਭਾਵ ਕਾਬੂ ਹੇਠ ਕਰ ਲੈਣ। ਇਹਨਾਂ ਤੁਕਾਂ ਵਿੱਚ ਕਵੀ ਨੇ ਸਮਝਾਇਆ ਹੈ ਕਿ ਆਪਣੀ ਸੋਚ ਵਿੱਚ ਗਰਮੀ ਭਾਵ ਗੁੱਸਾ ਨਹੀਂ ਆਉਣ ਦੇਣਾ ਚਾਹੀਦਾ, ਕਿਉਂਕਿ ਗੁੱਸਾ ਅਕਲ ਨੂੰ ਖਤਮ ਕਰ ਦਿੰਦਾ ਹੈ। ਆਪਣੀ ਕਿਰਤ 'ਚੋਂ ਕੱਢ ਦਸੌਂਦ ਦਸਵਾਂ, ਲੋੜਵੰਦਾਂ ਦੇ ਲੇਖੇ ਹੈ ਲਾ ਦੇਣਾ। ਕਵੀ ਇਹਨਾਂ ਸਤਰਾਂ ਵਿੱਚ ਸਮਝਾਉਂਦਾ ਹੈ ਕਿ ਆਪਣੀ ਕਿਰਤ ਭਾਵ ਕਮਾਈ ਵਿੱਚੋਂ ਦਸੌਂਦ ਭਾਵ 10ਵਾਂ ਹਿੱਸਾ ਕੱਢ ਕੇ ਲੋੜਵੰਦਾਂ ਭਾਵ ਜ਼ਰੂਰਤਮੰਦਾਂ ਦੇ ਲੇਖੇ ਲਾ ਦੇਣਾ, ਭਾਵ ਇਸ ਨੂੰ ਜ਼ਰੂਰਤਮੰਦਾਂ ਦੀਆਂ ਲੋੜਾਂ ਪੂਰੀਆਂ ਕਰਨ 'ਤੇ ਖਰਚ ਦੇਣਾ ਹੈ। ਭੁੱਖਾ ਕੋਈ ਦੁਆਰੀ ਆ ਟੁੱਕ ਮੰਗੇ, ਭੋਜਨ ਉਸ ਤਾਈਂ ਤੁਸੀਂ ਛਕਾ ਦੇਣਾ। ਜੇਕਰ ਕੋਈ ਭੁੱਖਾ ਵਿਅਕਤੀ ਤੁਹਾਡੇ ਦਰ 'ਤੇ ਆ ਕੇ, ਤੁਹਾਡੇ ਦਰਵਾਜ਼ੇ 'ਤੇ ਆ ਕੇ ਟੁੱਕ ਭਾਵ ਰੋਟੀ ਮੰਗੇ ਤਾਂ ਉਸਨੂੰ ਭੋਜਨ ਛਕਾ ਦੇਣਾ, ਉਸ ਦੀ ਮਦਦ ਜ਼ਰੂਰ ਕਰਨੀ ਹੈ। ਉੱਚਾ ਨੀਵਾਂ ਨਾ ਕੋਈ ਵੀ ਜਗ ਅੰਦਰ, ਇੱਕੋ ਨੂਰ ਇਲਾਹੀ ਦੇ ਨੇ ਸਭ ਬੰਦੇ। ਕਵੀ ਖਾਲਸੇ ਨੂੰ ਸੰਬੋਧਨ ਕਰਦਾ ਅਤੇ ਬਰਾਬਰਤਾ ਦੀ ਭਾਵਨਾ ਨੂੰ ਪ੍ਰਗਟਾਉਂਦਾ ਕਹਿੰਦਾ ਹੈ ਕਿ ਇਸ ਦੁਨੀਆ ਵਿੱਚ ਕੋਈ ਵੀ ਉੱਚਾ ਨੀਵਾਂ ਨਹੀਂ। ਸਭ ਮਨੁੱਖ ਇੱਕ ਇਲਾਹੀ ਭਾਵ ਰੂਹਾਨੀ, ਦੇਵੀ ਨੂਰ ਭਾਵ ਰੋਸ਼ਨੀ, ਚਾਨਣ, ਜੋਤ ਤੋਂ ਪੈਦਾ ਹੋਏ ਹਨ। ਬੰਦੇ ਰੱਬ ਦੇ ਸਮਝ ਕੇ ਪਿਆਰ ਕਰਨਾ, ਨਾ ਬੋਲ ਬੋਲਣੇ ਕਿਸੇ ਨੂੰ ਵੀ ਮੰਦੇ। ਕਵੀ ਖਾਲਸੇ ਨੂੰ ਸੰਬੋਧਨ ਕਰਦਾ ਕਹਿੰਦਾ ਹੈ ਕਿ ਉਹ ਸਭ ਮਨੁੱਖ ਨੂੰ ਰੱਬ ਦੇ ਬੰਦੇ ਸਮਝ ਕੇ ਪਿਆਰ ਕਰੇ, ਕਿਸੇ ਨੂੰ ਵੀ ਮੰਦੇ ਬੋਲ ਨਾ ਬੋਲੇ ਜਾਣ ਭਾਵ ਕਿਸੇ ਨੂੰ ਵੀ ਬੁਰਾ ਨਾ ਕਿਹਾ ਜਾਵੇ। ਗਊ ਗਰੀਬਾਂ ਤੇ ਔਰਤ ਦੀ ਕਰੋ ਰਾਖੀ, ਜ਼ਬਰ ਜ਼ੁਲਮ ਦੇ ਕਦੀ ਨਹੀਂ ਰਾਹ ਪੈਣਾ। ਕਵੀ ਆਖਦਾ ਹੈ ਕਿ ਉਹ ਗਊ, ਗਰੀਬ ਤੇ ਔਰਤ ਦੀ ਰਾਖੀ ਕਰਨ ਅਤੇ ਕਦੇ ਵੀ ਜ਼ਬਰ ਜ਼ੁਲਮ ਦੇ ਰਾਹ ਨਾ ਪੈਣ। ਲਾਲਚ ਵਿੱਚ ਆ ਧੀਆਂ ਵੇਚਣਾ ਨਾ, ਮੂੰਹੋਂ ਮੰਗ ਕੇ ਕਦੀ ਨਾ ਦਾਜ ਲੈਣਾ। ਕਵੀ ਕਹਿੰਦਾ ਹੈ ਕਿ ਉਹ ਲਾਲਚ ਵਿੱਚ ਆ ਕੇ ਧੀਆਂ ਨਾ ਵੇਚਣ ਅਤੇ ਕਦੇ ਵੀ ਮੂੰਹੋਂ ਮੰਗ ਕੇ ਦਾਜ ਨਾ ਲੈਣ। ਇਸ ਤਰ੍ਹਾਂ ਇਹਨਾਂ ਸਤਰਾਂ ਵਿੱਚ ਖਾਲਸੇ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦੀ ਸਿੱਖਿਆ ਦਿੱਤੀ ਗਈ ਹੈ। ਫਸਾ ਜ਼ੁਲਮ ਦਾ ਵੱਢਣਾ ਹੈ ਜਿਸਨੇ ਐਸਾ ਰੂਪ ਸ਼ਿੰਗਾਰਿਆ ਖਾਲਸੇ ਦਾ। ਕਵੀ ਗੁਰੂ ਰੂਪ ਵਿੱਚ ਕਹਿੰਦਾ ਹੈ ਕਿ ਉਸਨੇ ਖਾਲਸੇ ਨੂੰ ਅਜਿਹੀ ਰੂਪ ਸ਼ਿੰਗਾਰਿਆ ਹੈ ਜਿਸਨੇ ਜ਼ੁਲਮ ਦਾ ਫਸਦਾ ਭਾਵ ਝਗੜਾ ਵੱਢਣਾ ਹੈ ਭਾਵ ਖਤਮ ਕਰਨਾ ਹੈ। ਸ਼ਰਮ ਧਰਮ ਵਾਲਾ, ਚੰਗੀ ਕਰਮ ਵਾਲਾ, ਮੈਂ ਨਵਾਂ ਰੰਗ ਨਿਖਾਰਿਆ ਖਾਲਸੇ ਦਾ। ਕਵੀ ਗੁਰੂ ਰੂਪ ਵਿੱਚ ਆਖਦਾ ਹੈ ਕਿ ਉਸਨੇ ਖਾਲਸੇ ਦਾ ਸ਼ਰਮ ਧਰਮ ਅਤੇ ਚੰਗੇ ਕਰਮ ਵਾਲਾ ਨਵਾਂ ਰੰਗ ਨਿਖਾਰਿਆ ਹੈ ਭਾਵ ਖਾਲਸੇ ਨੂੰ ਜ਼ੁਲਮ ਦੇ ਖਾਤਮੇ ਅਤੇ ਸ਼ਰਮ ਧਰਮ ਦੇ ਚੰਗੇ ਕਰਮ ਕਰਨ ਵਾਲੇ ਰੂਪ ਵਿੱਚ ਸਿਰਜਿਆ ਹੈ। ਪੰਜੇ ਬਾਣੀਆਂ ਦੇ ਨਾਲ ਨਿਵਾਜ਼ਿਆ ਮੈਂ, ਪੰਜ ਦੇ ਕੇ ਕਕਾਰ ਅੱਜ ਖਾਲਸੇ ਨੂੰ। ਪੰਜੇ ਬਾਣੀਆਂ ਦੇ ਨਾਲ ਨਿਵਾਜ਼ਿਆ ਮੈਂ, ਪੰਜੀ ਦੇ ਕੇ ਕਕਾਰ ਅੱਜ ਖਾਲਸੇ ਨੂੰ। ਕਵੀ ਗੁਰੂ ਰੂਪ ਵਿੱਚ ਆਖਦਾ ਹੈ ਅੱਜ ਮੈਂ ਖਾਲਸੇ ਨੂੰ ਪੰਜ ਕਕਾਰਾਂ ਭਾਵ ਸਿੱਖ ਰਹਿਤ ਮਰਿਆਦਾ ਅਨੁਸਾਰ ਕੇਸ, ਕੰਘਾ, ਕੱਛਾ, ਕੜਾ, ਕਿਰਪਾਨ ਦੇ ਰੂਪ ਵਿੱਚ ਆਪਣੀ ਨਿਸ਼ਾਨੀ ਦੇ ਕੇ ਨਿਤਨੇਮ ਦੀਆਂ ਪੰਜ ਬਾਣੀਆਂ ਦੇ ਪ੍ਰਸੰਗ ਵਿੱਚ ਨਿਵਾਜ਼ਿਆ ਹੈ ਭਾਵ ਬਖਸ਼ਿਸ਼ ਕੀਤੀ ਹੈ।
ਬਾਣੀ ਬਾਣੀ ਦੀ ਯੁੱਧ ਦੀ ਪਾਣ ਝਾੜੀ ਦੇ ਕੇ ਰਜਵਾ ਪਿਆਰ ਅੱਜ ਖਾਲਸੇ ਨੂੰ। ਕਵੀ ਗੁਰੂ ਰੂਪ ਵਿੱਚ ਆਖਦਾ ਹੈ ਕਿ ਮੈਂ ਅੱਜ ਖਾਲਸੇ ਨੂੰ ਰਜਵਾ ਪਿਆਰ ਦੇ ਕੇ ਉਸ ਨੂੰ ਬਾਣੀ, ਪਹਿਰਾਵਾ ਤੇ ਯੁੱਧ ਦੀ ਪਾਣ ਭਾਵ ਪੁੱਠ ਚਾੜ ਦਿੱਤੀ ਹੈ। ਟੱਕਰ ਲਊ ਜੋ ਜ਼ੁਲਮ ਦੇ ਨਾਲ ਸੂਰਾਂ, ਯੁੱਧ ਵਿੱਚ ਮੈਂ ਉਸਦਾ ਸਾਥ ਦੇਣਾ। ਕਵੀ ਇਹਨਾਂ ਸਤਰਾਂ ਵਿੱਚ ਆਖਦਾ ਹੈ ਕਿ ਜੋ ਸੂਰਾ ਭਾਵ ਜੋ ਸੂਰਮਾ ਬਹਾਦਰ ਜ਼ੁਲਮ ਦੇ ਨਾਲ ਟੱਕਰ ਲਏਗਾ, ਮੈਂ ਉਸਦਾ ਯੁੱਧਾਂ ਵਿੱਚ ਸਾਥ ਦੇਣਾ ਹੈ। ਲਾਲੋ ਦਲਿਤ ਗਰੀਬਾਂ ਦਾ ਸਾਥ ਦੇ ਕੇ ਜ਼ਾਲਮ ਭੂਪਾਂ ਨੂੰ ਹਰ ਪਲ ਮਾਤ ਦੇਣਾ। ਕਵੀ ਗੁਰੂ ਰੂਪ ਵਿੱਚ ਖਾਲਸੇ ਨੂੰ ਆਖਦਾ ਹੈ ਕਿ ਤੁਸੀਂ ਦਸਾਂ ਨੌਆਂ ਦੀ ਕਿਰਤ ਕਰਨ ਵਾਲੇ ਭਾਈ ਲਾਲੋ, ਦੱਬੇ ਕੁਚਲੇ ਲੋਕਾਂ ਅਤੇ ਗਰੀਬਾਂ ਦਾ ਸਾਥ ਦੇਣਾ ਹੈ ਅਤੇ ਜ਼ਾਲਮ ਭੂਪਾਂ ਭਾਵ ਰਾਜਿਆਂ, ਜ਼ਿਮੀਂਦਾਰਾਂ ਜੋ ਕਿ ਆਮ ਜਨਤਾ ਦੀ ਲੁੱਟ ਖਸੁੱਟ ਕਰਦੇ ਹਨ, ਉਹਨਾਂ ਦੀ ਜ਼ੁਲਮ ਕਰਦੇ ਹਨ, ਉਹਨਾਂ ਨੂੰ ਮਾਤ ਦੇਣੀ ਹੈ ਭਾਵ ਹਰਾ ਦੇਣਾ ਹੈ। ਇਸ ਤਰ੍ਹਾਂ ਗੁਰੂ ਜੀ ਜ਼ੁਲਮ ਵਿਰੁੱਧ ਲੜਨ ਵਾਲਿਆਂ ਦਾ ਸਾਥ ਦੇਣ ਦੀ ਗੱਲ ਕਰਦੇ ਹਨ। ਇੱਕੋ ਬਾਟੇ ਵਿੱਚ ਅੰਮ੍ਰਿਤ ਤੁਸੀਂ ਛਕਿਆ, ਰਹੀ ਜਾਤ ਨਾ ਪਾਤ ਅੱਜ ਖਾਲਸੇ ਦੀ। ਕਵੀ ਗੁਰੂ ਰੂਪ ਵਿੱਚ ਖਾਲਸੇ ਨੂੰ ਸੰਬੋਧਨ ਕਰਦਿਆਂ ਕਹਿੰਦਾ ਹੈ ਕਿ ਤੁਸੀਂ ਇੱਕੋ ਹੀ ਬਾਟੀ ਵਿੱਚੋਂ ਅੰਮ੍ਰਿਤ ਛਕਿਆ ਹੈ ਅਤੇ ਅੰਮ੍ਰਿਤ ਛਕਣ ਤੋਂ ਬਾਅਦ ਖਾਲਸੇ ਦੀ ਕੋਈ ਜਾਤ ਪਾਤ ਨਹੀਂ ਰਹੀ, ਕਿਉਂਕਿ ਅੰਮ੍ਰਿਤ ਛਕਣ ਤੋਂ ਬਾਅਦ ਸਾਰੇ ਇੱਕ ਬਰਾਬਰ ਹੋ ਜਾਂਦੇ ਹਨ। ਇੱਕੋ ਰੂਪ ਸਰੂਪ ਅਤੇ ਧਰਮ ਇੱਕੋ, ਸਾਂਝੀ ਵਾਲਤਾ ਦਾਤ ਅੱਜ ਖਾਲਸੇ ਦੀ। ਕਵੀ ਇਹਨਾਂ ਸਤਰਾਂ 'ਚ ਆਖਦਾ ਹੈ ਕਿ ਅੰਮ੍ਰਿਤ ਛਕਣ ਤੋਂ ਬਾਅਦ ਖਾਲਸੇ ਦਾ ਇੱਕ ਹੀ ਰੂਪ ਸਰੂਪ ਅਤੇ ਇੱਕ ਹੀ ਧਰਮ ਹੋ ਗਿਆ ਹੈ। ਖਾਲਸੇ ਨੂੰ ਅੱਜ ਸਾਂਝੀ ਵਾਲਤਾ ਭਾਵ ਇੱਕ ਮਿਕਤਾ ਦੀ ਦਾਤ ਭਾਵ ਬਖਸ਼ਿਸ਼ ਹੋਈ ਹੈ। ਮੁਨਕਰ ਜਦੋਂ ਅਸੂਲਾਂ ਤੋਂ ਪੰਥ ਹੋਇਆ, ਮੈਨੀ ਸਾਥ ਹੋਣਾ ਇਹ ਸਮਝ ਲੈਣਾ। ਖਾਲਸੇ ਨੂੰ ਸੰਬੋਧਨ ਕਰਦੇ ਹੋਏ ਕਵੀ ਕਹਿੰਦਾ ਹੈ ਕਿ ਉਹ ਇਹ ਸਮਝ ਲਵੇ ਕਿ ਜਦੋਂ ਵੀ ਪੰਥ ਭਾਵ ਖਾਲਸਾ ਧਰਮ ਅਸੂਲਾਂ ਤੋਂ ਮੁਨਕਰ ਹੋਇਆ ਭਾਵ ਇਨਕਾਰੀ ਹੋਇਆ, ਮੈਂ ਉਸ ਦੇ ਨਾਲ ਨਹੀਂ ਹੋਵਾਂਗਾ ਭਾਵ ਉਸਦਾ ਸਾਥ ਨਹੀਂ ਦੇਵਾਂਗਾ। ਮੇਰੀ ਹੋਂਦ ਹੈ ਸਿਧਾਂਤ ਦੇ ਸੱਚ ਅੰਦਰ, ਲੱਭਣਾ ਹੋ ਇਹਨਾਂ 'ਚੋਂ ਰਮਜ਼ ਲੈਣਾ। ਗੁਰੂ ਸਾਹਿਬ ਕਹਿੰਦੇ ਹਨ ਕਿ ਮੇਰੀ ਹੋਂਦ ਤਾਂ ਸਿਧਾਂਤ ਦੀ ਸੱਚਾਈ ਵਿੱਚ ਹੈ, ਭਾਵ ਉਹਨਾਂ ਨੇ ਤਾਂ ਸੱਚ ਦਾ ਸਾਥ ਦੇਣਾ ਹੈ। ਮੈਨੂੰ ਜੇਕਰ ਲੱਭਣਾ ਹੈ ਤਾਂ ਇਹਨਾਂ ਸਿਧਾਂਤਾਂ ਵਿੱਚੋਂ ਰਮਜ਼ ਲੈਣਾ ਭਾਵ ਇਹਨਾਂ ਸਿਧਾਂਤਾਂ ਤੋਂ ਪ੍ਰਗਟ ਹੁੰਦੇ ਭੇਦ ਰਹੱਸ ਨੂੰ ਲੱਭ ਲੈਣਾ। ਕਿਰਤੀ ਕਾਮੇ ਤੇ ਗ੍ਰਸਤੀ ਸਦਾ ਵੱਡੇ, ਇਹਨਾਂ ਵਿੱਚ ਹੀ ਕਰਤਾ ਕਰਤਾਰ ਵਸਦਾ। ਖਾਲਸੇ ਨੂੰ ਗੁਰੂ ਰੂਪ ਵਿੱਚ ਸੰਬੋਧਨ ਕਰਦਾ ਕਵੀ ਆਖਦਾ ਹੈ ਕਿ ਕਿਰਤੀ ਭਾਵ ਕਿਰਤ ਕਰਨ ਵਾਲੇ, ਹੱਥੀਂ ਕੰਮ ਕਰਨ ਵਾਲੇ, ਕਾਮੇ ਅਤੇ ਗ੍ਰਸਤੀ ਭਾਵ ਪਰਿਵਾਰ ਵਿੱਚ ਰਹਿਣ ਵਾਲੇ ਸਾਰੇ ਹਮੇਸ਼ਾ ਹੀ ਵੱਡੇ ਹਨ। ਇਹਨਾਂ ਵਿੱਚ ਹੀ ਇਸ ਸ੍ਰਿਸ਼ਟੀ ਦਾ ਰਚਨਹਾਰ, ਸੰਸਾਰ ਦੀ ਰਚਨਾ ਕਰਨ ਵਾਲਾ ਪਰਮਾਤਮਾ ਵਸਦਾ ਹੈ। ਕਿਰਤ ਕਰਤਾ ਰੂਪ ਕਰਤਾਰ ਬਣਦੀ, ਕਿਰਤ ਵਿੱਚ ਸ੍ਰਿਸ਼ਟੀ ਦਾ ਪਿਆਰ ਹੱਸਦਾ। ਕਵੀ ਇਹਨਾਂ ਸਤਰਾਂ 'ਚ ਆਖਦਾ ਹੈ ਕਿ ਸੱਚੀ ਸੁੱਚੀ ਕਿਰਤ ਭਾਵ ਮਿਹਨਤ ਦੀ ਕਮਾਈ ਇਸ ਸ੍ਰਿਸ਼ਟੀ ਦੇ ਕਰਤਾ ਭਾਵ ਪਰਮਾਤਮਾ ਦਾ ਰੂਪ ਹੀ ਬਣਦੀ ਹੈ। ਅਜਿਹੀ ਕਿਰਤ ਵਿੱਚ ਸ੍ਰਿਸ਼ਟੀ ਦਾ ਪਿਆਰ ਹੱਸਦਾ ਦਿਖਾਈ ਦਿੰਦਾ ਹੈ। ਭਗਤੀ ਨਾਮ ਦੀ ਵਿੱਚੋਂ ਹੁਣ ਮਿਲੂ ਸ਼ਕਤੀ, ਦਿਓ ਹੌਸਲਾ ਨਵਾਂ ਕਿਰਪਾਨ ਮੇਰੀ। ਹੁਣ ਤੁਹਾਨੂੰ ਭਗਤੀ ਨਾਮ ਭਾਵ ਸਤਿਗੁਰੂ ਦਾ ਨਾਮ ਵਿੱਚੋਂ ਹੀ ਸ਼ਕਤੀ ਮਿਲੇਗੀ। ਤੁਹਾਨੂੰ ਮੇਰੀ ਬਖਸ਼ੀ ਹੋਈ ਮੇਰੀ ਕਿਰਪਾਨ ਜੋ ਹਰ ਅੰਮ੍ਰਿਤਧਾਰੀ ਧਾਰਨ ਕਰਦਾ ਹੈ, ਤੁਹਾਨੂੰ ਨਵਾਂ ਹੌਸਲਾ ਦੇਵੇਗੀ। ਲਿਖੇ ਧਰਮ ਦੇ ਸਭੇ ਮੈਂ ਲਾ ਦੇਣੇ, ਸਾਰਾ ਘਰ ਪਰਿਵਾਰ ਦੀ ਜਾਨ ਮੇਰੀ। ਕਵੀ ਗੁਰੂ ਸਾਹਿਬ ਦੇ ਰੂਪ ਵਿੱਚ ਕਹਿੰਦਾ ਹੈ ਕਿ ਮੈਂ ਸਾਰਾ ਘਰ ਪਰਿਵਾਰ ਦੀ ਆਪਣੀ ਜਾਨ ਸਭ ਕੁਝ ਹੀ ਧਰਮ ਦੇ ਲੇਖੇ ਲਾ ਦੇਣਾ ਹੈ ਭਾਵ ਸਮਰਪਿਤ ਕਰ ਦੇਣਾ ਹੈ।
ਗੁਰੂ ਜੀ ਨੇ ਇਹ ਸਭ ਕੁਝ ਕਰ ਵੀ ਦਿਖਾਇਆ। ਪਹਿਲਾਂ ਪਿਤਾ, ਫਿਰ ਆਪਣੀ 4 ਸਾਹਿਬਜ਼ਾਦਿਆਂ ਨੂੰ ਧਰਮ ਦੇ ਨਾਂ ਸਮਰਪਿਤ ਕਰ ਦਿੱਤਾ। ਸਾਰੇ ਧਰਮਾਂ ਦੇ ਚੰਗੇ ਜੋ ਤਰਕ ਲੈ ਕੇ ਮਹਿਲ ਸਿੱਖੀ ਦਾ ਅਸੀਂ ਉਸਾਰਿਆ ਹੈ। ਖਾਲਸੇ ਨੂੰ ਸੰਬੋਧਨ ਕਰਦੇ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਸਾਰੇ ਧਰਮਾਂ ਦੇ ਚੰਗੇ ਤਰਕ ਭਾਵ ਦਲੀਲ ਵਿਚਾਰ ਲੈ ਕੇ ਅਸੀਂ ਸਿੱਖੀ ਦਾ ਮਹਿਲ ਉਸਾਰਿਆ ਹੈ, ਭਾਵ ਸਿੱਖੀ ਦੀ ਸਿਰਜਣਾ ਕੀਤੀ ਹੈ। ਮੀਰੀ ਪੀਰੀ ਦੇ ਨਵੇਂ ਵਿੱਚ ਰੰਗ ਭਰ ਕੇ ਅੱਜ ਮੈਂ ਖਾਲਸਾ ਨਵਾਂ ਉਭਾਰਿਆ ਹੈ। ਖਾਲਸੇ ਨੂੰ ਸੰਬੋਧਨ ਕਰਦੇ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਇਸ ਖਾਲਸੇ ਵਿੱਚ ਉਹਨਾਂ ਨੇ ਮੀਰੀ ਭਾਵ ਬਾਦਸ਼ਾਹੀ, ਅਮੀਰੀ, ਰਾਸੀ ਸ਼ਕਤੀ ਅਤੇ ਪੀਰੀ ਭਾਵ ਫਕੀਰੀ ਦੇ ਰੰਗ ਭਰੇ ਹਨ, ਭਾਵ ਇਸ ਵਿੱਚ ਭਗਤੀ ਅਤੇ ਸ਼ਕਤੀ ਦੇ ਨਵੇਂ ਰੰਗ ਭਰੇ ਹਨ। ਗੁਰੂ ਜੀ ਫਰਮਾਉਂਦੇ ਹਨ, ਖਾਲਸੇ ਵਿੱਚ ਮੀਰੀ ਪੀਰੀ ਦੇ ਨਵੇਂ ਰੰਗ ਭਰ ਕੇ ਨਵਾਂ ਖਾਲਸਾ ਉਭਾਰਿਆ ਹੈ। ਝੋਲੀ ਪਾਇਆ ਮੈਂ ਖਾਲਸਾ ਪੰਥ ਤੁਹਾਡੀ, ਇਹਦੀ ਖਾਲਸਾ ਜੀ ਸਾਂਭ ਸੰਭਾਲ ਕਰਨੀ। ਖਾਲਸੇ ਨੂੰ ਸੰਬੋਧਨ ਕਰਦੇ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਮੈਂ ਤੁਹਾਡੀ ਭਾਵ ਤੁਹਾਡੀ ਝੋਲੀ ਵਿੱਚ ਖਾਲਸਾ ਪੰਥ ਪਾਇਆ ਹੈ, ਭਾਵ ਖਾਲਸੇ ਦੀ ਸਿਰਜਣਾ ਕੀਤੀ ਹੈ। ਤੁਸੀਂ ਹੀ ਇਸ ਦੀ ਸਾਂਭ ਸੰਭਾਲ ਕਰਨੀ ਹੈ, ਭਾਵ ਇਸ ਨੂੰ ਕਾਇਮ ਰੱਖਣਾ ਹੈ। ਇਸੀ ਸੋਚ ਵਿੱਚ ਸਜਰੇ ਫੁੱਲ ਧਰਨੇ, ਇਹਦੇ ਬਦਨ ਵਿੱਚ ਸੁੱਚੀ ਖੁਸ਼ਬੂ ਭਰਨੀ। ਤੁਸੀਂ ਹੀ ਇਸੀ ਸੋਚ ਵਿੱਚ ਸਜਰੇ ਭਾਵ ਨਵੇਂ ਤਾਜ਼ੇ ਫੁੱਲ ਧਰਨੇ ਹਨ, ਭਾਵ ਰੱਖਣੇ ਹਨ, ਟਿਕਾਉਣੇ ਹਨ। ਤੁਸੀਂ ਹੀ ਇਸੇ ਬਦਨ ਭਾਵ ਸਰੀਰ ਵਿੱਚ ਸੁੱਚੀ ਖੁਸ਼ਬੂ ਭਰਨੀ ਹੈ। ਇਸ ਕਵਿਤਾ ਵਿੱਚ ਖਾਲਸੇ ਦੀ ਸਾਜਨਾ ਤੋਂ ਬਾਅਦ ਉਸ ਨੂੰ ਆਪਣੇ ਫਰਜ਼ਾਂ ਤੋਂ ਸੁਚੇਤ ਰਹਿਣ ਲਈ ਕਿਹਾ ਗਿਆ ਹੈ, ਭਾਵ ਖਾਲਸੇ ਦੇ ਅਸੂਲਾਂ 'ਤੇ ਪਹਿਰਾ ਦੇਣ ਦੀ ਸਿੱਖਿਆ ਦਿੱਤੀ ਗਈ ਹੈ। ਆਓ ਹੁਣ ਇਸ ਕਵਿਤਾ ਨਾਲ ਸੰਬੰਧਿਤ ਜ਼ਰੂਰੀ ਗੱਲਾਂ ਯਾਦ ਕਰਦੇ ਹਾਂ। 10 ਗੁਰੂਆਂ ਨੇ ਸਿੱਖੀ ਦੀ ਜੋਤ ਬਾਲੀ। ਧਰਮ ਦੀ ਸਾਂਝ ਰਹਿਮ ਤੇ ਕਰਮ ਨਾਲ ਹੈ। ਸੋਚ ਉਤੇ ਗਰਮੀ ਕਦੇ ਭਾਰੂ ਨਹੀਂ ਹੋਣ ਦੇਣੀ ਚਾਹੀਦੀ। ਆਪਣੀ ਕਿਰਤ ਵਿੱਚੋਂ ਦਸਵੰਧ ਕੱਢਣਾ ਚਾਹੀਦਾ ਹੈ। ਗਊ, ਗਰੀਬ ਅਤੇ ਔਰਤ ਦੀ ਸਦਾ ਰਾਖੀ ਕਰਨੀ ਚਾਹੀਦੀ ਹੈ। ਨਾਮ ਦੀ ਭਗਤੀ ਵਿੱਚੋਂ ਸ਼ਕਤੀ ਮਿਲ ਸਕਦੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਕੀਤੀ। ਦਸਾਉਣ ਤੋਂ ਭਾਵ ਹੈ ਕਮਾਈ ਦਾ 10ਵਾਂ ਹਿੱਸਾ। ਕੰਕਾਰਾਂ ਦੀ ਗਿਣਤੀ 5 ਹੈ। ਕਿਸੇ ਨੂੰ ਵੀ ਮੰਦੇ ਬੋਲ ਨਹੀਂ ਬੋਲਣੇ ਚਾਹੀਦੇ। ਖਾਲਸੇ ਨੇ ਜ਼ੁਲਮ ਦਾ ਫਸਤਾ ਵੱਢਣਾ ਹੈ। ਨਿਤਨੇਮ ਦੀਆਂ 5 ਬਾਣੀਆਂ ਹਨ। ਗੁਰੂ ਜੀ ਨੇ ਯੁੱਧਾਂ ਵਿੱਚ ਜ਼ੁਲਮ ਨਾਲ ਟੱਕਰ ਲੈਣ ਵਾਲੇ ਸੂਰਮੇ ਦਾ ਸਾਥ ਦੇਣਾ ਹੈ। ਮੀਰੀ ਪੀਰੀ ਦਾ ਸੰਬੰਧ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਹੈ।